ਕੋਈ ਵੀ ਰਹਿ ਨਹੀਂ ਗਿਆ ਹੁਣ। ਕੋਈ ਵੀ ਰਹਿ ਨਹੀਂ ਗਿਆ ਕੀ ਮਤਲਬ? ਸਾਰੇ ਹੀ ਛੱਡ ਗਏ ਨੇ ਮੈਨੂੰ ਤੇ ਸਾਰੇ ਬਾਬਾ ਜੀ ਤੁਹਾਨੂੰ ਛੱਡ ਕਿਉਂ ਗਏ ਨੇ? ਐਸਾ ਕੀ ਹੋਇਆ? ਬਸ ਹੁਣ ਕੰਮ ਨਹੀਂ ਹੁੰਦਾ ਮੇਰੇ ਕੋਲੋਂ। ਭਾਈ ਤੇ ਸ਼ਾਦੀ ਕਰਦੇ ਅੱਲਾ ਕੋਈ ਔਲਾਦ ਦਿੰਦਾ, ਜਦ ਔਲਾਦ ਦੇ ਨਾਲ ਬੈਠੇ ਹੁੰਦੇ। ਕੰਮ ਕਰਦੇ ਸਾਂ, ਕੰਮ ਵੀ ਹੁਣ ਨਹੀਂ ਹੁੰਦਾ। ਸਾਰੀ ਜ਼ਿੰਦਗੀ ਇੰਝ ਸਕੂਨ ਇੰਝ ਲੰਘ ਗਈ ਹੈ। ਬਸ ਗੁਰਪੁਰ 'ਚ ਧੱਕੇ ਜਿਹੜੇ ਖਾਂਦੇ ਲੰਘ ਲੰਘ ਗਈ ਹੈ। ਬਾਬਾ ਜੀ ਕੀ ਹੋ ਗਿਆ? ਇੰਨੇ ਦੁਖੀ ਬੈਠੇ ਹੋ। ਦੇਖੀ ਕੀ ਬਹਿਣਾ ਬਸ। ਘਰੋਂ ਬੇਘਰ ਵੀ ਹੋ ਗਏ ਆ। ਕੀ ਹੋਇਆ? ਮੈਂ ਘਰੋਂ ਬੇਘਰ ਵੀ ਹੋ ਗਏ ਆ। ਲਾ ਲਿਓ ਕੀ ਕਰੀਏ ਮੈਂ। ਥੋੜਾ ਉੱਚਾ ਬੋਲੋਗੇ ਚਾਚਾ ਜੀ। ਉਹ ਤੁਸੀਂ ਸਾਡੇ ਵੱਡੇ ਹੈਗੇ, ਉਨੀ ਅੱਛੀ ਤੁਹਾਡੀ ਪਰਸਨੈਲਿਟੀ ਹੈਗੀ ਹੈ। ਮੇਰਾ ਘਰ ਵੀ ਨਹੀਂ ਗਾ, ਕੋਈ ਵੀ ਰਹਿ ਨਹੀਂ ਗਿਆ ਹੁਣ। ਕੋਈ ਵੀ ਰਹਿ ਨਹੀਂ ਗਿਆ ਕੀ ਮਤਲਬ? ਸਾਰੇ ਹੀ ਛੱਡ ਗਏ ਨੇ ਮੈਨੂੰ। ਸਾਰੇ ਛੱਡ ਗਏ ਨੇ? ਹਾਂ। ਬਾਬਾ ਜੀ ਐਸਾ ਕੀ ਹੋ ਗਿਆ? ਕੋਈ ਮੈਂ ਕੀ ਦੱਸਾਂ ਤੁਹਾਨੂੰ। ਮੈਂ ਹੁਕਮ ਕਰੋ, ਆਵਾਮ ਤੁਹਾਨੂੰ ਵੇਖ ਰਹੀ ਹੈ, ਤੁਹਾਨੂੰ ਪਾਕਿਸਤਾਨ ਦੇਖ ਰਿਹਾ। ਮੈਂ ਕੰਮ ਕਰਦਾ ਸਾਂ, ਬਿਮਾਰ ਹੋ ਗਿਆ, ਫਿਰ ਹੁਣ ਮੇਰੇ ਕੋਲ ਕੰਮ ਨਹੀਂ ਹੁੰਦਾ। ਘਰ ਕੌਣ ਕੌਣ ਹੈਗਾ? ਸਦਾ ਕਰ ਲੈਣਾ ਬਸ। ਘਰ ਕੌਣ ਕੌਣ ਹੈਗਾ ਰਿਸ਼ਤੇਦਾਰਾਂ 'ਚ? ਭਰਾ ਹੈਗਾ, ਉਹ ਆਪਣੇ ਘਰ ਹੀ ਸੀ ਰਹਿੰਦੇ ਨੇ। ਮਾਂ ਪਿਓ? ਕੋਈ ਵੀ ਨਹੀਂ। ਭੈਣ? ਕੋਈ ਵੀ ਨਹੀਂ। ਸਿਰਫ ਭਰਾ ਹੈਗੇ ਨੇ? ਹਾਂ। ਤੇ ਸਾਰੇ ਬਾਬਾ ਜੀ ਤੁਹਾਨੂੰ ਛੱਡ ਕਿਉਂ ਗਏ ਨੇ? ਐਸਾ ਕੀ ਹੋਇਆ? ਬਸ ਹੁਣ ਕੰਮ ਨਹੀਂ ਹੁੰਦਾ ਮੇਰੇ ਕੋਲੋਂ। ਕੰਮ ਨਹੀਂ ਹੈਗਾ ਤੇ ਛੱਡ ਦਿੱਤਾ? ਵਿਹਲੇ ਹੋ ਗਏ ਆ, ਫਾਰਗ ਹੋ ਗਏ ਆ, ਕੰਮ ਨਹੀਂ ਹੈਗਾ। ਬਾਬਾ ਜੀ ਮੈਂ ਵੇਖਿਆ ਤੁਸੀਂ ਬੜੇ ਦੁਖੀ ਬੈਠੇ ਸੀ। ਬਸ ਐਸੇ ਤਰ੍ਹਾਂ ਹੀ ਹੈ ਨਾ। ਫਿਰ ਘਰ ਵੀ ਨਹੀਂ, ਬਾਹਰ ਵੀ ਤਾਂ ਸਕੂਨ ਨਹੀਂ ਹੁੰਦਾ। ਤੁਸੀਂ ਇਹ ਕਿਹਾ, ਕਦੀ ਉੱਥੇ ਸੋ। ਤੁਸੀਂ ਇਹ ਕਿਹਾ ਕਿ ਤੁਹਾਡੀ ਆਂਦੇ ਨਾਲ ਇੱਕ ਮੈਨੂੰ ਗੱਲ ਬੜੀ ਦਿਲ ਨੂੰ ਲੱਗੀ ਹੈ। ਤੁਸੀਂ ਕਿਹਾ ਕਿ ਯਾਰ ਸਾਰੇ ਛੱਡ ਗਏ ਨੇ। ਹਾਂ। ਮੈਂ ਕੀ ਕਰ ਸਕਦਾ? ਦਿਲ ਟੁੱਟਿਆ ਹੋਇਆ? ਮਰਜ਼ੀ ਹੈ, ਅੱਲਾ ਦੀ ਮਰਜ਼ੀ ਹੁਣ। ਜਿਵੇਂ ਵੀ ਵਕਤ ਉਹਦੇ ਕੱਢਣਾ ਹੀ ਹੁਣ। ਬਾਬਾ ਜੀ ਦਿਲ ਟੁੱਟ ਗਿਆ? ਦਿਲ ਵੀ ਸਾਰਾ ਕੁਝ ਟੁੱਟ ਗਿਆ ਮੇਰਾ ਤੇ। ਬਾਬਾ ਜੀ ਸ਼ਾਦੀ ਕਿਉਂ ਨਹੀਂ ਕਰਾਈ? ਸ਼ਾਦੀ ਵੀ ਬਸ ਨਸ਼ਿਆਂ ਹੀ ਟਾਈਮ ਲੰਘ ਗਿਆ ਸੀ। ਸ਼ਾਦੀ ਵੀ ਨਹੀਂ ਕੀਤੀ? ਬਾਬਾ ਜੀ ਤੇ ਸ਼ਾਦੀ ਕਰਦੇ ਅੱਲਾ ਕੋਈ ਔਲਾਦ ਦਿੰਦਾ, ਜਦ ਔਲਾਦ ਦੇ ਨਾਲ ਬੈਠੇ ਹੁੰਦੇ। ਕੰਮ ਕਰਦੇ ਸਾਂ, ਕੰਮ ਵੀ ਹੁਣ ਨਹੀਂ ਹੁੰਦਾ। ਹੁਣ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ? ਇੱਥੇ ਹੀ ਸਦਾ ਕਰ ਲਈ ਹੈ ਬਸ। ਬਸ ਮੰਗ ਪੈਨ ਕੇ ਹੋ ਜਾਂਦਾ। ਹਾਂਜੀ। ਬਾਬਾ ਜੀ ਦਿਲ 'ਚ ਕੀ ਗਮ ਹੈਗਾ, ਕੀ ਦੁੱਖ ਹੈਗਾ? ਗਮ ਮੈਂ ਤੁਹਾਨੂੰ ਹੁਣ ਕੀ ਦੱਸਾਂ। ਮੈਂ ਪਰੇਸ਼ਾਨ ਹੋਇਆ ਵਾ ਬੜਾ, ਬਹੁਤ ਜ਼ਿਆਦਾ ਪਰੇਸ਼ਾਨ ਹੈਗੇ? ਹਾਂਜੀ। ਇੱਧਰ ਬਹਿ ਕੇ ਲੋਕਾਂ ਨੂੰ ਵੇਖ ਰਹੇ ਹੋ, ਕੀ ਸੋਚ ਰਹੇ ਹੋ? ਇਸ ਕਰਕੇ ਸਾਰੇ ਲੋਕੀ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਨੇ। ਮੈਂ ਆਪਣੇ ਨੁਕਰੇ ਲੱਗਾ ਹਾਂ। ਬਾਬਾ ਜੀ ਤੁਹਾਡੀ ਕਹਾਣੀ ਸੁਣ ਕੇ ਕਿ ਇਹਨਾਂ ਦਾ ਦਿਲ ਖੂਨ ਦੇ ਆਂਸੂ ਹੋ ਰਿਹਾ ਹੈ ਕਿ ਸਾਡੇ ਪਾਕਿਸਤਾਨ ਵਿੱਚ ਗਰੀਬਾਂ ਦਾ ਕੋਈ ਸਹਾਰਾ ਨਹੀਂ ਹੈਗਾ। ਕਈ ਲਗੇ ਫਿਰਦੇ ਨੇ ਵਿਚਾਰੇ। ਹਾਂਜੀ। ਕਈ ਹਾਂਜੀ ਮੈਂ ਕਿਹਾ ਲਗੇ ਫਿਰਦੇ ਨੇ। ਜਿਹੜੇ ਲੱਗੇ ਫਿਰਦੇ ਨੇ ਉਹ ਤੇ ਇੰਜੋਏ ਮਾਰ ਰਹੇ ਨੇ, ਆਪਣੇ ਕੰਮਾਂ 'ਚ ਲੱਗੇ ਨੇ। ਤੁਸੀਂ ਇੱਥੇ ਬੈਠੇ ਹੋ। ਨਹੀਂ ਉਹ ਵੇਖੋ ਨਾ ਸਾਹਮਣੇ ਵੀ ਸੁੱਤਾ ਹੈ ਕੋਈ ਬੰਦਾ। ਹੋਰ ਬੜੀ ਦੁਨੀਆ ਇੰਝ ਫਿਰ ਰਹੀ ਹੈ, ਧੱਕੇ ਖਾ ਰਹੀ ਹੈ। ਤੇ ਤੁਸੀਂ ਆਪਣੀ ਟੈਨਸ਼ਨਾਂ 'ਚ ਬੈਠੇ ਹੋ। ਕੀ ਕਰੀਏ ਫਿਰ? ਕੋਈ ਨਾ ਕੋਈ ਅੱਖਾਂ 'ਚ ਤੁਹਾਡੇ ਆਂਸੂ ਆ ਗਏ ਨੇ ਬਾਬਾ ਜੀ। ਕੋਈ ਨਾ ਕੋਈ ਯਾਦ ਆ ਜਾਂਦੀ ਗੱਲ, ਫਿਰ ਰੋਣਾ ਵੀ ਆ ਜਾਂਦਾ। ਹਾਏ ਹਾਏ ਹਾਏ। ਕੀ ਕਰ ਸਕਦੇ ਨੇ? ਬਾਬਾ ਜੀ ਦਿਲ ਕਰਦਾ ਕਿ ਮਾਪਿਓ ਉਸ ਟਾਈਮ ਨਾਲ ਹੁੰਦੇ। ਜ਼ਾਹਿਰ ਗੱਲ ਹੈ ਜੀ, ਸਾਰਿਆਂ ਨੂੰ ਦੁੱਖ ਦੇ ਵਿੱਚ ਮਾਂ ਬਾਪ ਹੀ ਯਾਦ ਆਉਂਦੇ ਨੇ। ਉਹਦੇ ਮਾਂ ਬਾਪ ਵੀ ਨਹੀਂ ਹੈਗੇ। ਮਾਪਿਓ ਤੋਂ ਇਲਾਵਾ ਦੁਨੀਆ ਤੋਂ ਕੋਈ ਮੇਰੇ ਖਿਆਲ ਆਪਣਾ ਹੈਗਾ ਹੀ ਨਹੀਂ। ਕੋਈ ਨਹੀਂ ਹੁੰਦਾ। ਭੈਣ ਭਰਾ ਵੀ ਉਨੀ ਦੇਰ ਹੀ ਬਣਦੇ ਨੇ ਜਦੋਂ ਬੰਦਾ ਕੰਮਕਾਰ ਕਰਦਾ ਹੋਵੇ। ਹਾਏ ਹਾਏ। ਹੱਥ ਪੈਰ ਚੱਲਦੇ ਹੋਣ ਬੰਦੇ ਦੇ, ਕੰਮ ਕਰਦਾ। ਐਸਾ ਬੰਦਾ ਖਰਚਣ ਵਾਲਾ ਹੋਵੇ ਤੇ ਸਾਰੇ ਤੁਹਾਡੇ ਨਾਲ ਨੇ। ਸਾਰੇ ਹੀ ਹੁੰਦੇ ਨੇ। ਰਿਸ਼ਤੇਦਾਰ ਵੀ। ਤੁਸੀਂ ਥੋੜੇ ਜਿਹੇ ਡਾਊਨ ਹੋ ਗਏ ਹੋ ਤਾਂ ਸਾਰੇ ਛੱਡ ਦਿੰਦੇ ਨੇ। ਯਾਰ ਦੋਸਤ ਵੀ ਛੱਡ ਜਾਂਦੇ ਨੇ, ਸਭ ਛੱਡ ਜਾਂਦੇ ਨੇ। ਤੇ ਨਾਲ ਸਿਰਫ ਜੇ ਰਹਿੰਦਾ ਹੈ ਤੇ ਮਾਪਿਓ ਹੈਗਾ ਜਾਂ ਫਿਰ ਅੱਲਾ ਦੀ ਜ਼ਾਤ। ਜੀ ਉਹ ਅੱਲਾ ਦੀ ਜ਼ਾਤ ਹੀ ਹੁੰਦੀ ਹੈ ਬਸ। ਬਾਬਾ ਜੀ ਟੈਨਸ਼ਨ ਨਾ ਲਵੋ, ਅੱਲਾ ਤੇ ਤੁਹਾਡੇ ਨਾਲ ਹੈ ਨਾ। ਹਾਂਜੀ। ਤੁਸੀਂ ਭਾਵੇਂ ਜਿੱਥੇ ਮਰਜ਼ੀ ਪਈ ਹੋਵੋ, ਰੱਬ ਦੀ ਜ਼ਾਤ ਤੁਹਾਡੇ ਨਾਲ ਹੈ। ਬੇਸ਼ੱਕ, ਕੋਈ ਸ਼ੱਕ ਨਹੀਂ। ਬਾਬੀ ਮਾਪਿਓ ਨੂੰ ਕਿੰਨਾ ਅਰਸਾ ਹੋ ਗਿਆ ਇਸ ਦੁਨੀਆ ਤੋਂ ਗਏ ਹੋਏ? ਹੋ ਗਏ ਕੋਈ 20-22 ਸਾਲ ਹੋ ਗਏ। ਵਾਲਿਦ ਸਾਹਿਬ ਨੂੰ ਫੌਤ ਹੋਇਆ ਤੇ ਵਾਲਦਾ ਨੂੰ ਵੀ 15 ਸਾਲ ਹੋ ਗਏ ਨੇ, 14-15 ਸਾਲ। ਜਦੋਂ ਮਾਪਿਓ ਦੁਨੀਆ ਤੇ ਹੈਗੇ ਸੀ ਤੁਸੀਂ ਮੇਰੇ ਖਿਆਲ ਇਸ ਤਰ੍ਹਾਂ ਨਹੀਂ ਕਿੱਥੇ ਬੈਠੇ ਹੋ। ਨਹੀਂ ਮੈਂ ਕੰਮ ਕਰਦਾ ਸੀ। ਉਹ ਇੱਕ ਸਹਾਰਾ ਹੁੰਦਾ, ਇੱਕ ਸ਼ੈਲਟਰ ਹੁੰਦਾ ਮਾਪਿਓ ਦਾ, ਇੱਕ ਤਸੱਲੀ ਹੁੰਦੀ ਹੈ ਕਿ ਯਾਰ ਮੈਂ ਇਕੱਲਾ ਨਹੀਂ। ਮੈਂ ਤਾਂ ਕੰਮ ਕਰਦਾ ਹਾਂ ਸਰ, ਉਹ ਕੰਮ ਕਰੀਦਾ ਸੀ। ਬਾਬੀ ਜਦੋਂ ਦੇ ਮਾਪਿਓ ਇਸ ਦੁਨੀਆ ਤੋਂ ਗਏ ਨੇ ਤੇ ਫਿਰ ਜ਼ਿੰਦਗੀ ਕਿਸ ਤਰ੍ਹਾਂ ਲੰਘੀ ਹੈ ਤੇ ਜ਼ਿੰਦਗੀ 'ਚ ਕੀ ਚੇਂਜ ਆਇਆ?
ਬਸ ਇਸੇ ਤਰ੍ਹਾਂ ਹੀ ਕੰਮ ਕੁਮ ਕਰਦੇ ਆ ਵੀ ਨਸ਼ੇ ਦੀ ਲੰਘ ਗਈ ਹੈ ਲੇਕਿਨ ਜ਼ਿੰਦਗੀ ਦੇ ਵਿੱਚ ਉਹ ਮਜ਼ਾ ਨਹੀਂ ਆਇਆ ਹੈ ਨਾ ਸਾਰੀ ਰੌਣਕਾਂ ਖਤਮ ਹੋ ਗਈਆਂ। ਸਾਰੀ ਜ਼ਿੰਦਗੀ ਇੰਝ ਸਕੂਨ ਇੰਝ ਹੀ ਲੰਘ ਗਈ ਹੈ ਬਸ ਗੁਰਪੁਰਬ 'ਚ ਧੱਕੇ ਜਿਹੜੇ ਖਾਂਦੇ ਸੀ, ਲੰਘ ਲੰਘ ਗਈ ਹੈ ਹੁਣ ਥੋੜ੍ਹੀ ਰਹਿ ਗਈ, ਉਹ ਵੀ ਲੰਘ ਹੀ ਜਾਏਗੀ ਕਿਸੇ ਤਰੀਕੇ ਨਾਲ। ਆ ਬਈ ਮਾਂ ਪਿਓ ਦੀ ਯਾਦ ਆਉਂਦੀ ਹੈ। ਸਾਰੀ ਗੱਲ ਹੈ ਅੱਜ ਕਿਸੇ ਨਹੀਂ ਆਉਂਦੀ ਹੈ। ਬਾਬਾ ਜੀ ਕੀ ਕਹੋਗੇ ਪਾਕਿਸਤਾਨ ਨੂੰ, ਲੋਕਾਂ ਨੂੰ, ਦੁਨੀਆ ਨੂੰ? ਮੈਂ ਤਾਂ ਕਹਾਂਗਾ ਅੱਲਾ ਬਾਦਸ਼ਾਹ ਬਸ ਇਸ ਮੁਲਕ ਵਿੱਚ ਜੋ ਨਸ਼ਾ ਖਤਮ ਹੋ ਜਾਵੇ। ਸਭ ਤੋਂ ਜਿਹੜੀ ਨਾ ਜੜ ਨਸ਼ਾ ਤੇ ਤਬਾਹੀ ਉਹ ਤਬਾਹੀ ਹੈ, ਉਹ ਸਾਡੇ ਮੁਲਕ ਦੇ ਸਾਰੇ ਬੱਚਿਆਂ ਨੂੰ ਵੱਡਿਆਂ ਨੂੰ ਵੀ ਖਰਾਬ ਕਰਦੇ ਨੇ। ਤਬਾਹ ਨਸ਼ਿਆਂ 'ਚ ਹੀ ਹੋ ਜਾਂਦਾ। ਸਹੀ ਗੱਲ ਹੈ ਬਾਬਾ ਜੀ, ਬੜੀ ਹਾਂਜੀ ਅੱਛੀ ਤੁਸੀਂ ਨਾ ਗੱਲ ਕੀਤੀ ਹੈ। ਜਾਂਦੀ ਹੈ, ਨਾ ਸੁਖ ਰਹਿ ਜਾਂਦਾ, ਨਾ ਹਿੰਮਤ ਰਹਿੰਦੀ ਕੰਮਕਾਰ ਕਰਨ ਦੀ ਵੀ। ਸਾਰੇ ਦੂਰ ਦੀ ਹੋ ਜਾਂਦੇ ਨੇ, ਹਾਂਜੀ ਇਕੱਲਾ ਰਹਿ ਜਾਂਦਾ ਬੰਦਾ। ਇਕੱਲਾ ਹੀ ਹੋ ਕੇ ਰਹਿ ਜਾਂਦਾ। नाज़रीन ये बाबा जी की कहानी थी। मैं यहाँ से गुजर रहा था जब मैंने इनको देखा कि बड़े डिसार्ट बैठे हुए हैं, लेकिन इसका जो पस मंज़र था जो मैंने सोचा हुआ था वही है। माँ बाप के बाद इस शख्स की ज़िंदगी बर्बाद हो गई। अपने जो भाई हैं उन्होंने भी छोड़ दिया कि जी तुम नशे करते हो, और ये जब काम करता था तो बहारें थी, बहन भाई सारे साथ थे, लेकिन जब बीमार हुआ काम करना छोड़ा तो अपने सगे भाई जो अपना खून होता है उन्होंने भी छोड़ दिया। तो इस कहानी से एक बहुत बड़ा सबक भी मिलता है। वो सबक ये है कि जब आपके खून के रिश्तों पे बुरा टाइम आता है, जब आप उनको छोड़ देते हो ना, तो ये आपका बहुत बड़ा लॉस है। इसका आपने अल्लाह को भी जवाब देना है। अब इसका जो भाई है वो शायद अमीर तरीन होगा, लेकिन ये बंदा आज यहाँ पे बैठ के अकेला रो रहा है कि मेरा कोई भी नहीं है, मुझे सब छोड़ के चले गए हैं। तो मैं इसके भाई से ये कहना चाहता हूँ कि अल्लाह का खौफ करो, तुम्हारा भाई है, तुम्हारा खून है। क्योंकि जब माँ बाप इस दुनिया से चले जाते हैं तो बहन भाई एक दूसरे का ताज होते हैं, आपने उनको लेके चलना होता है। तो इसके भाई को अगर ये वीडियो मिल गई है या वो ये वीडियो देख सकता है तो अपने भाई से रब्ता करो, दाता दरबार के पास आओ, यहाँ पे आके ये बैठे हुए हैं, इनको ढूंढो, इनको सर्च करो, इनको घर लेके जाओ, इनकी खिदमत करो। मे भी अल्लाह आपसे राज़ी हो जाए। और ये एक सबक आमूज़ कहानी है, सबक आमूज़ वीडियो है कि आप कैसे अपनों को छोड़ देते हैं। अपने मेज़बान को दीजिए इजाज़त। अल्लाह निगहबान।